for watching this video. If you are new to this channel, kindly like, subscribe and hit the bell icon for latest updates. Thanks and enjoy. ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 12th ਦੀ ਐਕਸਰਸਾਈਜ਼ ਰੋਜ਼ੀਜ਼ ਮੀਟਿੰਗ ਵਿਦ ਨੈਸੀ। ਐਕਟੀਵਿਟੀ ਸੈਕੰਡ, ਗਿਵਨ ਬਿਲੋ ਆਰ ਸਮ ਵਰਡਸ ਫਰਮ ਦ ਲੈਸਨ। ਨੀਚੇ ਲੈਸਨ ਵਿੱਚੋਂ ਕੁਝ ਸ਼ਬਦ ਦਿੱਤੇ ਗਏ ਹਨ। ਗੈਸ देयर ਮੀਨਿੰਗ, ਉਹਨਾਂ ਦੇ ਮੀਨਿੰਗਸ ਬਾਰੇ ਅੰਦਾਜ਼ਾ ਲਗਾਓ। ਟੇਕਿੰਗ ਹਿੰਟਸ ਫਰਮ ਦ ਸਟੋਰੀ, ਸਟੋਰੀ ਤੋਂ ਹਿੰਟ ਲੈ ਲਓ। ਰਾਈਟ ਦ ਮੀਨਿੰਗ ਇਨ ਦ ਬਲੈਂਕਸ, ਖਾਲੀ ਥਾਵਾਂ ਵਿੱਚ ਉਹਨਾਂ ਦੇ ਮੀਨਿੰਗ ਲਿਖੋ। ਮੌਨਸਟਰ, ਦੈਂਤ, ਕ੍ਰੀਏਚਰ, ਜੰਤੂ ਜਾਂ ਜਾਨਵਰ। ਮਰਜ, ਆਪਣੇ ਵਿੱਚ ਮਿਲਾ ਲਿਆ। ਹਰਬੀਵੋਰ, ਸ਼ਾਕਾਹਾਰੀ। ਡੇਂਜਰਸ, ਖਤਰਨਾਕ। ਨੈਕਸਟ ਐਕਟੀਵਿਟੀ ਥਰਡ, ਫॉर ਈਚ ਵਰਡ ਗਿਵਨ ਬਿਲੋ ਫਾਈਂਡ ਅ ਵਰਡ ਫਰਮ ਦ ਲੈਸਨ ਦੈਟ ਸਾਊਂਡਸ ਦ ਸੇਮ। ਹੁਣ ਨੀਚੇ ਦਿੱਤੇ ਹੋਏ ਵਰਡਸ ਦੀ ਸਾਊਂਡ ਨੂੰ ਫੋਲੋ ਕਰਦੇ ਹੋਏ ਇਹਨਾਂ ਵਰਗੀ ਸਾਊਂਡਸ ਦੇ ਵਰਡਸ ਤੁਸੀਂ ਲੈਸਨ ਦੇ ਵਿੱਚੋਂ ਸਰਚ ਕਰਨੇ ਹਨ, ਲੱਭਣੇ ਹਨ। ਪਹਿਲਾ ਕੀ ਹੈ? ਵੁੱਡ। ਲੈਸਨ ਵਿੱਚ ਕਿਹੜਾ ਵਰਡ ਸੀ? ਵੁੱਡ, WOULD। ਸੈਕਿੰਡ, ਟੂ। ਲੈਸਨ ਵਿੱਚ ਕਿਹੜਾ ਵਰਡ ਸੀ? ਟੂ, TOO। ਜਦੋਂ ਉਸਤੇ ਟੀਨਾ ਆਂਟੀ ਕਹਿੰਦੇ ਹਨ ਕਿ ਡੋਂਟ ਗੋ ਟੂ ਨੀਅਰ ਦ ਲੇਕ। ਓਕੇ। ਨੈਕਸਟ, ਬੋਰਡ। ਲੈਸਨ ਵਿੱਚ ਕਿਹੜਾ? ਬੋਰਡ, ਜਦੋਂ ਉਹ ਬੋਰ ਮਹਿਸੂਸ ਕਰਦੀ ਹੈ। ਸਾਈਟ, ਤੇ ਲੈਸਨ ਵਿੱਚ ਸਾਈਟ, ਠੀਕ ਹੈ, ਸਾਈਟ ਸੀਇੰਗ। ਨੈਕਸਟ, ਨੋ, ਤੇ ਲੈਸਨ ਵਿੱਚ ਕਿਹੜਾ ਨੋ ਹੈ? KNOW। ਓਕੇ। ਵਾਟ ਡੂ ਯੂ ਨੋਟਿਸ, ਤੁਸੀਂ ਕੀ ਦੇਖਦੇ ਹੋ? ਈਚ ਪੇਅਰ ਆਫ ਵਰਡਸ ਹੈਜ਼ ਦ ਸੇਮ ਸਾਊਂਡ ਬਟ ਡਿਫਰੈਂਟ ਮੀਨਿੰਗਸ। ਹਰ ਸ਼ਬਦਾਂ ਦਾ ਜੋੜਾ ਸੇਮ ਸਾਊਂਡ ਕਰ ਰਿਹਾ ਹੈ ਪਰ ਉਹਨਾਂ ਦੇ ਮੀਨਿੰਗਸ ਅਲੱਗ ਹਨ। ਸੱਚ ਪੇਅਰ ਆਫ ਵਰਡਸ ਆਰ ਕਾਲਡ ਹੋਮੋਫੋਨਸ। ਇਹੋ ਜਿਹੇ ਵਰਡਸ ਨੂੰ ਆਪਾਂ ਕਹਿੰਦੇ ਆ ਹੋਮੋਫੋਨਸ, ਜਿਨ੍ਹਾਂ ਦਾ ਸਾਊਂਡ ਇੱਕੋ ਹੋਵੇ ਪਰ ਉਹਨਾਂ ਦੇ ਮੀਨਿੰਗ ਅਤੇ ਸਪੈਲਿੰਗਸ ਅਲੱਗ-ਅਲੱਗ ਹੋਣ। ਰਾਈਟ 5 ਮੋਰ ਪੇਅਰਸ ਆਫ ਹੋਮੋਫੋਨਸ। ਹੁਣ ਆਪਾਂ 5 ਹੋਰ ਇਹੋ ਜਿਹੇ ਹੋਮੋਫੋਨਸ ਦੇ ਜਿਹੜੇ ਪੇਅਰ ਉਹ ਇੱਥੇ ਲਿਖਣੇ। ਜਿੱਦਾਂ ਤੁਸੀਂ ਕਹਿ ਸਕਦੇ ਹੋ ਬ੍ਰੇਕ, ਬ੍ਰੇਕ, ਠੀਕ ਹੈ। ਪਹਿਲੀ ਬ੍ਰੇਕ ਕਿਹੜੀ ਹੈ? BRAKE। ਦੂਜਾ BREAK। ਪਹਿਲੀ ਬ੍ਰੇਕ ਦਾ ਮਤਲਬ ਹੈ ਬ੍ਰੇਕ ਲਗਾਣੀ, ਗੱਡੀ ਨੂੰ ਬ੍ਰੇਕ ਲਗਾਣੇ ਆ ਨਾ ਜਿੱਦਾਂ ਆਪਾਂ। ਦੂਜੀ ਬ੍ਰੇਕ ਦਾ ਮਤਲਬ ਤੋੜਨਾ। ਸੈਲ, CELL। ਦੂਸਰਾ SELL। ਸੋ ਇੱਕ ਸੈਲ ਦਾ ਮਤਲਬ ਹੈ ਜੇਲ, ਦੂਜਾ ਸੈਲ ਦਾ ਮਤਲਬ ਵੇਚਣਾ। ਸੈਂਟ, CENT ਮਤਲਬ 100, ਤੇ ਦੂਜਾ ਸੈਂਟ SCENT, ਜਿਵੇਂ ਪਰਫਿਊਮ ਲਗਾਉਂਦੇ ਆਪਾਂ, ਠੀਕ। ਨੈਕਸਟ ਹੈ ਡਾਈ, DIE ਮਰਨਾ, ਤੇ ਦੂਜਾ DYE ਡਾਈ, ਜਿੱਦਾਂ ਆਪਾਂ ਰੰਗ ਲਗਾਉਂਦੇ ਹਾਂ। ਨੈਕਸਟ ਹੈ ਫਲਾਰ। ਫਲਾਰ ਕੀ ਹੁੰਦਾ? ਆਟਾ, ਤੇ ਦੂਜਾ ਫਲਾਰ ਕੀ ਹੁੰਦਾ? ਫੁੱਲ, FLOWER। ਨੈਕਸਟ, ਚੂਜ਼ ਦ ਕਰੈਕਟ ਵਰਡ ਫॉर ਈਚ। ਹੁਣ ਨੀਚੇ ਕੁਝ ਹੋਮੋਫੋਨਸ ਦਿੱਤੇ ਹੋਏ ਨੇ, ਉਹਨਾਂ ਦੇ ਵਿੱਚੋਂ ਅਸੀਂ ਕਰੈਕਟ ਵਰਡ ਸੈਂਟੈਂਸ ਲਈ ਚੂਜ਼ ਕਰਨਾ ਹੈ। Give me their address, THEIR। Second, he caught the ball, CAUGHT। C, we see with our eyes, SEE। I have only one pen, ONE। Please give me some sugar, SOME। Activity 4, question answer ਕਰਦੇ ਹਾਂ। Where did Rosie go? Rosie ਕਿੱਥੇ ਗਈ? Rosie went to her aunt Tina in Scotland। What is Loch Ness? Loch Ness ਕੀ ਹੈ? Loch Ness is a deep lake। Third, where did Rosie go when she felt bored? Rosie ਕਿੱਥੇ ਗਈ ਜਦੋਂ ਉਸਨੇ ਬੋਰ ਮਹਿਸੂਸ ਕੀਤਾ? Rosie went to the Loch Ness lake। Fourth, what did Rosie want to do at the lake? Rosie lake ਤੇ ਜਾ ਕੇ ਕੀ ਕਰਨਾ ਚਾਹੁੰਦੀ ਸੀ? She wanted to throw some stones into the water and to watch the ripples। Fifth, who did she find in the lake? Lake ਵਿੱਚ ਉਸਨੂੰ ਕੌਣ ਮਿਲਿਆ? She found Loch Ness monster in the lake। Activity 5th, true or false। Okay, Rosie went to visit her aunt Tina in Scotland। True, Aunt Tina told her to go out and throw stones into the lake। False, Rosie met Nessie who wanted to eat her। False, Nessie was a herbivore। True, Rosie went around the lake on Nessie's back। True। Activity 6, read the statements given below। 3 options are given, tick the right option। ਹੁਣ ਨਿਚਲੇ ਸਟੇਟਮੈਂਟਸ ਨੂੰ ਪੜ੍ਹਨਾ ਹੈ। 3 ਆਪਸ਼ਨਸ ਨਾਲ ਦਿੱਤੀਆਂ ਹਨ, ਉਹਨਾਂ ਚੋਂ ਰਾਈਟ ਆਪਸ਼ਨ ਆਪਾਂ ਸਟੇਟਮੈਂਟ ਲਈ ਚੂਜ਼ ਕਰਨੀ ਹੈ। ਫਰਸਟ, ਸਕਾਟਲੈਂਡ is in the north of the United Kingdom। Second, the lake is deep and dangerous। Third, Rosie gathered some stones because she wanted to throw them into the lake। Fourth, the stone made a splash sound when they touched water। Nessie was a huge
creature. Nessie looked like a dinosaur. Nessie offered Rosie a ride on its neck. People called Nessie a monster because they did not know her. Rosie caught onto Nessie's strong horns to sit on her back. Rosie did not see Nessie's cave because her aunt was waiting for her. Next, past tense. Look at the following passage from the story. ਹੁਣ ਆਪਾਂ ਇੱਕ ਪੈਰਾ ਦੇਖਦੇ ਹਾਂ ਜੋ ਕਿ ਸਟੋਰੀ ਵਿੱਚੋਂ ਲਿਆ ਗਿਆ ਹੈ. Nessie started the journey through the lake. Nessie ਨੇ ਲੇਕ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ. Soon they were swimming all around the lake. ਜਲਦੀ ਹੀ ਉਹ ਸਾਰੀ ਲੇਕ ਦੇ ਵਿੱਚ ਸਵਿਮਿੰਗ ਕਰ ਰਹੇ ਸਨ. Rosie caught hold of Nessie tightly. Rosie ਨੇ Nessie ਨੂੰ ਚੰਗੀ ਤਰ੍ਹਾਂ ਫੜ ਕੇ ਰੱਖਿਆ ਸੀ. Nessie went in and out of the water. Nessie ਪਾਣੀ ਦੇ ਅੰਦਰ ਬਾਹਰ ਜਾ ਰਹੀ ਸੀ. Whoosh, said Nessie as it went into the water, and wee as it came out. Nessie whoosh ਦੀ ਸਾਊਂਡ ਕਰਦੀ ਸੀ ਜਦੋਂ ਕਿ ਉਹ ਪਾਣੀ ਅੰਦਰ ਜਾਂਦੀ ਸੀ ਅਤੇ ਜਦੋਂ ਬਾਹਰ ਆਉਂਦੀ ਸੀ ਤਾਂ wee ਦੀ ਸਾਊਂਡ ਕਰਦੀ ਸੀ. Rosie was also enjoying it. Rosie ਵੀ ਇਸ ਦਾ ਆਨੰਦ ਲੈ ਰਹੀ ਸੀ. She said, this is fun. ਉਸਨੇ ਕਿਹਾ ਇਹ ਤਾਂ fun ਹੈ. What do you see? ਤੁਸੀਂ ਇਸ ਪੈਰਾਗ੍ਰਾਫ 'ਚ ਕੀ ਦੇਖਦੇ ਹੋ? Have the action words, verbs such as started, caught, went been used in their first forms? ਕੀ ਇਹ ਵਾਲੇ words ਜਿਵੇਂ ਕਿ started, caught, went ਕੀ ਇਹ ਪਹਿਲੀ ਫਾਰਮ ਵਿੱਚ ਯੂਜ਼ ਹੋਏ ਹਨ? No. Is the action happening currently? ਕੀ ਇਹ ਕੰਮ ਹੁਣ ਹੋ ਰਿਹਾ ਹੈ? No. It has happened in the past. ਇਹ past ਵਿੱਚ ਹੋ ਚੁੱਕਿਆ ਹੈ. When we talk of the past, ਜਦੋਂ ਅਸੀਂ ਭੂਤਕਾਲ ਦੀ ਗੱਲ ਕਰਦੇ ਹਾਂ, ਬੀਤੇ ਹੋਏ ਸਮੇਂ ਦੀ ਗੱਲ ਕਰਦੇ ਹਾਂ, we use the past tense. ਅਸੀਂ past tense ਦੀ ਵਰਤੋਂ ਕਰਦੇ ਹਾਂ. Activity 7. Complete the following passage using the correct form of the verb given in the brackets. ਹੁਣ ਨੀਚੇ ਇੱਕ ਪੈਸੇਜ ਦੇ ਵਿੱਚ ਅਸੀਂ ਬ੍ਰੈਕਟ ਵਿੱਚ ਜਿਹੜੇ verb ਦੀ ਫਾਰਮ ਦਿੱਤੀ ਹੋਈ ਹੈ ਉਹਨੂੰ ਆਪਾਂ correctly use ਕਰਨਾ ਹੈ. Once an elephant lived in a village. He became friends with a tailor. The elephant used to go to a river for a bath. After drinking water and taking a bath, it passed by a tailor's shop and the tailor gave it something to eat. One day, the tailor was in an angry mood. The elephant came that day as usual. ਤੇ ਹਾਥੀ ਉਸੇ ਤਰ੍ਹਾਂ ਹੀ ਉਹਦੇ ਕੋਲ ਆਇਆ. The tailor pricked the elephant's trunk with his needle. ਟੇਲਰ ਨੇ ਉਸ ਦੀ ਸੁੰਡ ਤੇ ਸੂਈ ਚਬੋ ਦਿੱਤੀ. The elephant felt pain. ਐਲੀਫੈਂਟ ਨੂੰ ਦਰਦ ਮਹਿਸੂਸ ਹੋਇਆ. He made up his mind to teach a tailor a lesson. ਉਸਨੇ ਟੇਲਰ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ. He went to the river. ਉਹ ਨਦੀ ਤੇ ਗਿਆ. Had his bath. ਆਪਣਾ ਇਸ਼ਨਾਨ ਕੀਤਾ. And then filled up its trunk with muddy water. ਅਤੇ ਉਸਨੇ ਆਪਣੀ ਸੁੰਡ ਚਿੱਕੜ ਦੇ ਪਾਣੀ ਨਾਲ ਭਰ ਲਈ. He stopped at the tailor's shop. ਉਹ ਉਸ ਦਰਜੀ ਦੀ ਸ਼ੋਪ ਤੇ ਰੁਕਿਆ. And threw the muddy water. ਅਤੇ ਉਸਨੇ ਉਹ ਚਿੱਕੜ ਵਾਲਾ ਪਾਣੀ ਸੁੱਟ ਦਿੱਤਾ on the clothes in the shop. ਜਿਹੜੇ ਸ਼ੋਪ ਵਿੱਚ ਕੱਪੜੇ ਪਏ ਸੀ ਉਹਨਾਂ ਉੱਤੇ. The clothes were spoiled with mud. ਉਹ ਸਾਰੇ ਕੱਪੜੇ ਚਿੱਕੜ ਦੇ ਨਾਲ ਖਰਾਬ ਹੋ ਗਏ. He felt sad for his misdeed. ਉਸ ਨੂੰ ਆਪਣੇ ਕੀਤੇ ਹੋਏ ਕੁਕਰਮ ਲਈ ਬੁਰਾ ਲੱਗਿਆ. But it was too late. ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ. ਸੋ ਇਹ 'ਚ ਸਾਰਾ ਕੀ ਕੀਤਾ ਆਪਾਂ? ਸੈਕਿੰਡ ਫਾਰਮ ਦੀ ਵਰਤੋਂ ਕੀਤੀ. ਤੇ ਜਿੱਥੇ to ਲੱਗਿਆ ਹੋਵੇ ਉੱਥੇ ਹਮੇਸ਼ਾ ਕਿਹੜੀ ਫਾਰਮ ਆਉਂਦੀ ਹੈ? ਫਰਸਟ. Past tense explained. ਹੁਣ ਆਪਾਂ ਇਹਨੂੰ ਐਕਸਪਲੇਨ ਕਰਦੇ ਹਾਂ. We have already done the present tense. ਅਸੀਂ present tense ਪਹਿਲਾਂ ਤੋਂ ਹੀ ਕਰ ਚੁੱਕੇ ਹਾਂ. Let us look at the past tense now. ਆਓ ਹੁਣ past tense ਬਾਰੇ ਵੀ ਜਾਣੀਏ. The past tense in English is used to talk about the past for politeness. ਹੁਣ ਦੋ ਤਰੀਕੇ ਨਾਲ past tense use ਹੁੰਦਾ ਹੈ. ਜਾਂ ਤਾਂ ਅਸੀਂ past ਬਾਰੇ ਗੱਲ ਕਰਨੀ ਹੋਵੇ ਜਾਂ ਕੋਈ ਗੱਲ ਆਪਾਂ ਨਿਮਰਤਾ ਪੂਰਵਕ ਕਰਨੀ ਹੋਵੇ ਉਦੋਂ ਵੀ ਅਸੀਂ ਇਸ tense ਦੀ ਵਰਤੋਂ ਕਰ ਲੈਂਦੇ ਹਾਂ. There are 4 past tense forms in English, but we will look at only 2, that is past simple and past continuous examples. 4 ਤਰ੍ਹਾਂ ਦੇ past tense ਹੁੰਦੇ ਹਨ ਇੰਗਲਿਸ਼ ਵਿੱਚ, ਪਰ ਅਸੀਂ ਇੱਥੇ 2 ਤਰ੍ਹਾਂ ਦੇ ਹੀ ਕਰਾਂਗੇ. ਇੱਕ simple past, ਇੱਕ past continuous. ਠੀਕ ਹੈ? Examples ਕੀ ਨੇ? I worked. ਮੈਂ ਕੰਮ ਕੀਤਾ. ਸੋ ਹੁਣ ਇਹਦੇ ਵਿੱਚ ਕਿਹੜੀ ਫਾਰਮ ਵਰਤੋਂ ਚਾਹੀ? ਸੈਕਿੰਡ. ਸੋ ਆਓ ਹੋਰ ਐਗਜ਼ਾਮਪਲ ਕਰੀਏ. ਸੋ ਪਹਿਲਾਂ ਆਪਾਂ ਦੇਖਦੇ ਹਾਂ ਜੇ ਪਾਸਟ ਬਾਰੇ ਗੱਲ ਕਰਨੀ ਹੋਵੇ ਤਾਂ ਕਿੱਦਾਂ ਕਰਾਂਗੇ. ਫਰਸਟ, ਰਾਮ ਲਿਵਡ ਇਨ ਮੁੰਬਈ. ਰਾਮ ਮੁੰਬਈ ਰਹਿੰਦਾ ਸੀ. ਸੀਮਾ ਵਰਕਡ ਇਨ ਅ ਬੈਂਕ. ਸੀਮਾ ਬੈਂਕ ਵਿੱਚ ਕੰਮ ਕਰਦੀ ਸੀ. ਦ ਐਲੀਫੈਂਟ ਫੈਲਟ ਪੇਨ. ਐਲੀਫੈਂਟ ਨੂੰ ਦੁੱਖ ਹੋਇਆ. ਸੈਕਿੰਡ, ਟੂ ਟਾਕ ਅਬਾਊਟ ਦ ਪ੍ਰੈਜ਼ੈਂਟ ਇਨ ਅ ਫਿਊ ਪੋਲਾਈਟ ਐਕਸਪ੍ਰੈਸ਼ਨ.
questions। ਹੁਣ ਕੁਝ present ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ ਜੇ ਆਪਾਂ ਕੁਝ ਨਮਰਤਾ ਦੇ ਨਾਲ ਗੱਲ ਕਰਨੀ ਹੋਵੇ। First, I would like some tea please। ਹੁਣ would ਵੈਸੇ past ਹੈ ਪਰ ਕਿਉਂਕਿ ਆਪਾਂ ਨਿਮਰਤਾ ਵਿੱਚ ਕਹਿ ਰਹੇ ਹਾਂ ਇਸ ਕਰਕੇ ਕਵਾਂਗੇ I would like some tea please। ਮੈਂ ਚਾਹ ਲੈਣੀ ਪਸੰਦ ਕਰਾਂਗਾ। Second, could you please shut the door। ਕੀ ਤੂੰ ਡੋਰ ਬੰਦ ਕਰ ਦੇਵੇਂਗਾ। ਸੋ could ਵੀ past ਹੈ ਪਰ ਨਿਮਰਤਾ ਵਿੱਚ ਜਦੋਂ ਕਹਿਣਾ ਉਦੋਂ ਆਪਾਂ ਇਸ ਦੀ ਵਰਤੋਂ ਕਰ ਸਕਦੇ ਹਾਂ। Third, I just hoped that you would help me। ਸੋ ਇਹ ਵੀ present ਹੈ ਸੋ ਇਹਦੇ ਵਿੱਚ ਵੀ would ਨਿਮਰਤਾ ਲਈ ਵਰਤਿਆ ਗਿਆ ਹੈ। Activity 8, given below are some newspaper headlines, change them into simple past। ਹੁਣ ਨੀਚੇ ਕੁਝ ਨਿਊਜ਼ਪੇਪਰ ਦੀਆਂ ਹੈਡਲਾਈਨਸ ਦਿੱਤੀਆਂ ਹੋਈਆਂ ਹਨ ਉਹਨਾਂ ਨੂੰ ਆਪਾਂ past tense ਵਿੱਚ ਚੇਂਜ ਕਰਨਾ ਹੈ। A strong earthquake jolts ਉੱਤਰਾਖੰਡ। jolts ਹੁੰਦਾ ਹਿਲਾ ਦੇਣਾ ਠੀਕ ਹੈ। A strong earthquake jolted ਉੱਤਰਾਖੰਡ। ਅਮਿਤਾਭ ਬੱਚਨ wins the best actor filmfare award। ਅਮਿਤਾਭ ਬੱਚਨ won the best actor filmfare award। Third, India outplays West Indies in cricket। India outplayed West Indies in cricket। outplay ਹੁੰਦਾ ਹਰਾ ਦੇਣਾ। Fourth, Salman Ali wins the Indian Idol। Salman Ali won the Indian Idol। Bachendri Paul becomes the best Indian woman to scale Mount Everest। Bachendri Paul became the first Indian woman to scale Mount Everest। Activity 9, read the following passage and answer the questions that follow। ਹੁਣ ਆਪਾਂ ਇੱਕ passage ਪੜ੍ਹਨਾ ਉਹਨੂੰ comprehend ਕਰਾਂਗੇ ਤੇ ਉਹਦੇ questions ਦੇ ਜਵਾਬ ਦਾਂਗੇ। So let's read the passage। The Himalayas are the highest mountains on earth। ਹਿਮਾਲਿਆ ਦੀਆਂ ਪਹਾੜੀਆਂ ਇਸ ਧਰਤੀ ਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਹਨ। The mountains are covered with snow। ਇਹ ਪਹਾੜੀਆਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। The highest peak ਸਭ ਤੋਂ ਉੱਚੀ ਚੋਟੀ Mount Everest is 8,848 meters above sea level। ਸਭ ਤੋਂ ਉੱਚੀ ਚੋਟੀ Mount Everest ਸਮੁੰਦਰ ਦੇ ਤਲ ਤੋਂ 8848 ਮੀਟਰ ਦੀ ਉਚਾਈ ਤੇ ਹੈ। Tenzing Norgay and Edmund Hillary were the first two people to set foot on Mount Everest। Tenzing Norgay ਜੋ ਕਿ ਨੇਪਾਲ ਦਾ ਸੀ ਅਤੇ Edmund Hillary ਜੋ ਕਿ ਨਿਊਜ਼ੀਲੈਂਡ ਦਾ ਸੀ ਇਹ ਦੋਨੋਂ ਪਹਿਲੇ ਲੋਕ ਸਨ ਜਿਨ੍ਹਾਂ ਨੇ ਇਸ ਉੱਚੀ Mount Everest ਤੇ ਸਭ ਤੋਂ ਪਹਿਲਾਂ ਪੈਰ ਰੱਖਿਆ। Since then ਉਦੋਂ ਤੋਂ many people have successfully scaled the peak। ਕਈ ਲੋਕਾਂ ਨੇ ਇਸ ਚੜ੍ਹਾਈ ਨੂੰ ਸਰ ਕੀਤਾ। ਅਵਤਾਰ ਸਿੰਘ ਚੀਮਾ was the first Indian to reach Everest। ਅਵਤਾਰ ਸਿੰਘ ਚੀਮਾ ਸਭ ਤੋਂ ਪਹਿਲਾ ਇੰਡੀਅਨ ਸੀ ਭਾਰਤੀ ਸੀ ਇਸ ਐਵਰੈਸਟ ਤੇ ਪਹੁੰਚਣ ਵਾਲਾ। Many climbers have also died while attempting to reach the peak। ਕਈ ਪਰਵਤ ਰੋਹੀ ਇਸ ਚੋਟੀ ਨੂੰ ਚੜ੍ਹਨ ਦੀ ਕੋਸ਼ਿਸ਼ ਕਰਦੇ ਕਰਦੇ ਮਰ ਗਏ। Some climbers have reported that they have seen large human-like footprints in the snow। ਕਈ ਪਰਵਤ ਰੋਹੀ ਯਾਨੀ ਪਰਵਤ ਚੜ੍ਹਨ ਵਾਲਿਆਂ ਨੇ ਇਹ ਰਿਪੋਰਟ ਦਿੱਤੀ ਕਿ ਉਹਨਾਂ ਨੇ ਇੱਕ ਬਹੁਤ ਵੱਡੇ ਪੈਰ ਜੋ ਕਿ ਆਦਮੀਆਂ ਦੇ ਪੈਰ ਵਰਗੇ ਸਨ ਸਨੋ ਵਿੱਚ ਉਹਨਾਂ ਨੇ ਦੇਖੇ। There is a myth that a snowman called Yeti lives there। ਇਹ ਇੱਕ ਮਿਥਿਹਾਸ ਹੈ ਕਿ ਉਸ ਜਗ੍ਹਾ ਤੇ ਇੱਕ snowman ਰਹਿੰਦਾ ਹੈ ਜਿਸ ਦਾ ਨਾਮ Yeti ਹੈ। ਓਕੇ ਸੋ ਹੁਣ ਕੁਐਸਚਨਸ ਦੇ ਆਪਾਂ ਆਨਸਰ ਕਰਦੇ ਹਾਂ। Which are the highest mountains in the world? ਸੋ ਆਪਾਂ ਕੀ ਲਿਖਾਂਗੇ Himalayas are the highest mountains in the world। Second, what is the height of the highest peak in the world? 8,848 meters is the height of the highest peak in the world। Who were the first people to set foot on Mount Everest? Tenzing Norgay and Edmund Hillary were the first people to set foot on the Mount Everest। What was the name of the first Indian to scale Everest? Avatar Singh Cheema was the first Indian to scale Everest। What is the name given to the snowman that some people believe lives there? So answer किया था Yeti। Second, give meanings of the following words। ਹੁਣ ਇਹਨਾਂ ਦੇ meaning ਦੱਸਣੇ ਹਨ। myth ਮਿਥਿਹਾਸ, footprints ਪੈਰਾਂ ਦੇ ਨਿਸ਼ਾਨ, climbers ਪਰਵਤ ਰੋਹੀ ਜਾਂ ਪਹਾੜ ਚੜਨ ਵਾਲੇ। Activity 10, match the following phrases with the right pictures and write them in the space given under the picture symbols। ਸੋ ਇਹ ਕੁਝ phrases ਦਿੱਤੇ ਗਏ ਹਨ। go straight ahead ਸਿੱਧੇ ਜਾਓ, turn right ਸੱਜੇ ਮੁੜੋ, go down the road ਰੋਡ ਦੇ ਨਾਲ ਅੱਗੇ ਵੱਲ ਚੱਲੋ, go past ਤੋਂ ਅੱਗੇ ਵਧੋ, take the exit ਇੱਥੋਂ ਮੁੜੋ, turn left ਖੱਬੇ ਮੁੜੋ। ਠੀਕ ਹੈ ਤੇ ਇਹਨਾਂ ਨੂੰ ਆਪਾਂ ਮਿਲਾਣਾ ਕਿਹਦੇ ਨਾਲ ਹੈ ਨੀਚੇ ਜੋ ਪਿਕਚਰਸ ਦਿੱਤੀਆਂ ਹੋਈਆਂ। ਸੋ ਸਭ ਤੋਂ ਪਹਿਲੀ ਪਿਕਚਰ ਕੀ ਹੈ go down the road। ਓਕੇ ਨੈਕਸਟ go straight ahead। ਨੈਕਸਟ ਹੈ go past the toy shop। toy shop ਤੋਂ ਅੱਗੇ ਚੱਲੋ। ਅਗਲਾ ਕੀ ਹੈ exit ਉੱਥੇ ਕੀ ਆਊਗਾ take the exit। ਨੈਕਸਟ ਹੈ turn left ਤੇ ਉਸ ਤੋਂ ਅੱਗੇ turn
turn right. The teacher will read the directions and the students will match them with the appropriate symbol. Next, activity 11. Refer to appendix 1 for text at page number 1 to 3. Listen carefully to 2 phone messages that were there in your voicemail. Your teacher will read them twice. ਹੁਣ 2 ਮੈਸੇਜ ਆਏ ਨੇ, ਠੀਕ ਹੈ, voicemail ਦੇ. ਤੁਸੀਂ ਉਹਨਾਂ ਨੂੰ ਸੁਣਨਾ ਵਾ ਤੇ ਉਹਨਾਂ ਦਾ ਕਰਨਾ ਕੀ ਹੈ. Write the following sentences from the messages in the correct group. Message 1 and message 2. 2 ਮੈਸੇਜ ਹੋਣਗੇ. So message 1 ਵਿੱਚ message 1 ਲਿਖਣਾ ਹੈ ਤੇ message 2 ਵਿੱਚ message 2 ਬਾਰੇ ਲਿਖਣਾ ਹੈ, ਠੀਕ ਹੈ. So ਇਹਦੀਆਂ ਡਾਇਰੈਕਸ਼ਨਸ ਦੇਖ ਲੈਂਦੇ ਆ. The message was at 4:45. ਹੁਣ ਇੱਕ ਮੈਸੇਜ ਜਿਹੜਾ ਹੈਗਾ ਉਹ 4:45 ਵਜੇ ਆਇਆ. 4:45 ਹੁੰਦਾ 5 ਵਜਣ ਤੋਂ 15 ਮਿੰਟ ਪਹਿਲਾਂ ਦਾ ਸਮਾਂ, ਯਾਨੀ 4:45. The woman says thank you for the birthday message. Woman ਕੀ ਕਹਿੰਦੀ ਹੈ? ਬਰਥਡੇ ਮੈਸੇਜ ਵਾਸਤੇ ਧੰਨਵਾਦ. The woman describes the house. Woman house ਬਾਰੇ ਵਰਣਨ ਕਰਦੀ ਹੈ. The woman gives directions. Woman direction ਬਾਰੇ ਦੱਸਦੀ ਹੈ ਕਿ ਉਸ ਦੇ ਘਰ ਦੀ ਡਾਇਰੈਕਸ਼ਨ ਕੀ ਹੈ. The woman talks about a swimming pool. Woman ਆਪਣੇ ਮੈਸੇਜ ਵਿੱਚ ਇੱਕ ਸਵਿਮਿੰਗ ਪੂਲ ਬਾਰੇ ਵੀ ਦੱਸਦੀ ਹੈ. The woman talks about a bank. Woman bank ਬਾਰੇ ਵੀ ਦੱਸਦੀ ਹੈ, ਠੀਕ ਹੈ. ਸੋ ਇਹ ਸਾਰੀਆਂ ਚੀਜ਼ਾਂ ਆਪਾਂ ਲਿਖਣੀਆਂ ਹਨ ਮੈਸੇਜ 1, ਮੈਸੇਜ 2. ਸੋ ਆਪਾਂ ਮੈਸੇਜ 1 ਦੇਖਦੇ ਹਾਂ. ਮੈਸੇਜ 1 ਚ ਕੀ ਕਿਹਾ ਗਿਆ ਹੈ? ਜੋ ਗੱਲਾਂ ਮੈਸੇਜ 1 ਚ ਕਹੀਆਂ ਗਈਆਂ ਆਪਾਂ ਉੱਪਰ ਦਿੱਤੀਆਂ ਹੋਈਆਂ ਸਟੇਟਮੈਂਟਸ ਵਿੱਚੋਂ ਪਿਕ ਕਰਾਂਗੇ ਤੇ ਮੈਸੇਜ 1 ਚ ਲਿਖ ਦਾਂਗੇ, ਤੇ ਜੋ ਸਟੇਟਮੈਂਟਸ ਮੈਸੇਜ 2 ਲਈ ਕਹੇ ਗਏ ਹਨ ਉਹ ਆਪਾਂ ਮੈਸੇਜ 2 ਚ ਲਿਖ ਦਾਂਗੇ. ਆਓ ਆਪਾਂ ਮੈਸੇਜ ਪੜ੍ਹੀਏ. ਮੈਸੇਜ ਨੰਬਰ 1 received today at 4:15 PM. ਮੈਸੇਜ 1 ਕਦੋਂ ਰਿਸੀਵ ਹੋਇਆ? 4:15 ਵਜੇ, ਠੀਕ ਹੈ. Hi, it's me, Radha. Hi, ਮੈਂ ਰਾਧਾ ਬੋਲ ਰਹੀ ਹਾਂ. How have you been? ਤੂੰ ਕਿੱਦਾਂ ਹੈ? First of all, thank you. ਸਭ ਤੋਂ ਪਹਿਲਾਂ ਤੇਰਾ ਧੰਨਵਾਦ. Thank you for the birthday message. ਤੇਰਾ ਧੰਨਵਾਦ ਜਿਹੜਾ ਕਿ ਤੂੰ ਮੈਨੂੰ ਬਰਥਡੇ ਮੈਸੇਜ ਕੀਤਾ. That was so nice of you. ਇਹ ਬਹੁਤ ਅੱਛਾ ਸੀ. I am organizing a party for my birthday. ਮੈਂ ਆਪਣੇ ਬਰਥਡੇ ਵਾਸਤੇ ਪਾਰਟੀ ਆਰਗੇਨਾਈਜ਼ ਕਰ ਰਹੀ ਹਾਂ. I am just calling my selected friends. ਮੈਂ ਜਸਟ ਆਪਣੇ ਚੁਣਿੰਦਾ ਫਰੈਂਡਸ ਨੂੰ ਕਾਲ ਕਰ ਰਹੀ ਹਾਂ. So you have to be there. ਇਸ ਕਰਕੇ ਤੈਨੂੰ ਵੀ ਉੱਥੇ ਹੋਣਾ ਪਏਗਾ. I am organizing it at my cousin's farm house. ਮੈਂ ਆਪਣੇ ਕਜ਼ਨ ਦੇ ਫਾਰਮ ਹਾਊਸ ਵਿੱਚ ਇਸ ਪਾਰਟੀ ਨੂੰ ਆਰਗੇਨਾਈਜ਼ ਕਰ ਰਹੀ ਹਾਂ. which also has a swimming pool. ਜਿਸ ਵਿੱਚ ਸਵਿਮਿੰਗ ਪੂਲ ਵੀ ਹੈ. I would love to see you there. ਮੈਨੂੰ ਬਹੁਤ ਅੱਛਾ ਲੱਗੇਗਾ ਤੈਨੂੰ ਉੱਥੇ ਦੇਖਣਾ. It's going to be this Friday. ਇਹ ਇਸ ਫਰਾਈਡੇ ਨੂੰ ਅਰੇਂਜ ਕੀਤੀ ਹੋਈ ਹੈ. I'll send you the address and instructions on how to get there later. Okay? ਮੈਂ ਤੁਹਾਨੂੰ ਬਾਅਦ ਵਿੱਚ ਇਨਸਟਰਕਸ਼ਨਸ ਭੇਜ ਦਾਂਗੀ ਕਿ ਇੱਥੋਂ ਦਾ ਐਡਰੈਸ ਕੀ ਹੈ ਤੇ ਪਹੁੰਚਣਾ ਕਿੱਦਾਂ ਹੈ, ਠੀਕ. ਸੋ ਇਹ ਸੀ ਸਾਡਾ ਪਹਿਲਾ ਮੈਸੇਜ. ਸੋ ਆਪਾਂ ਉਧਰ ਜਾ ਕੇ ਦੇਖਦੇ ਹਾਂ ਕਿ ਇਸ ਪਹਿਲੇ ਮੈਸੇਜ ਵਿੱਚ ਕਿਹੜੀਆਂ ਲਾਈਨਸ ਕਵਰ ਹੁੰਦੀਆਂ ਹਨ. ਸੋ ਫਸਟ ਕੀ ਹੈ? The message was at 4:45. ਸੋ ਇਹ ਤਾਂ ਨਹੀਂ ਹੋ ਸਕਦਾ ਕਿਉਂਕਿ ਉਹ ਸਾਡਾ ਕੀ ਆਇਆ ਸੀ? 4:15, 4:15 ਵਜੇ ਆਇਆ ਸੀ. ਸੋ ਇਹ ਮੈਸੇਜ 2 ਵਾਸਤੇ ਹੋਏਗਾ. The woman says thank you for the birthday message. ਹਾਂ, ਇਹ ਲਾਈਨ ਆਈ ਸੀ ਨਾ. ਸੋ ਮੈਸੇਜ 1 ਵਿੱਚ ਇਹ ਲਾਈਨ ਆ ਜਾਏਗੀ. The woman describes the house. ਇਹਦੇ ਬਾਰੇ ਹਜੇ ਕੋਈ ਗੱਲ ਨਹੀਂ ਹੋਈ. The woman gives the direction ਵੀ ਨਹੀਂ ਦਿੱਤੀਆਂ ਉਹਨੇ ਹਜੇ, ਹਨਾ. The woman talks about a swimming pool. ਸਵਿਮਿੰਗ ਪੂਲ ਬਾਰੇ ਉਹਨੇ ਜ਼ਰੂਰ ਗੱਲ ਕੀਤੀ ਸੀ ਮੈਸੇਜ 1 ਵਿੱਚ, ਠੀਕ ਹੈ. ਸੋ ਇਹ ਇੱਥੇ ਆ ਜਾਏਗਾ. The woman talks about a bank. woman ਨੇ ਬੈਂਕ ਬਾਰੇ ਗੱਲ ਕੀਤੀ. ਸੋ ਬੈਂਕ ਬਾਰੇ ਮੈਸੇਜ 1 ਚ ਕੋਈ ਗੱਲ ਨਹੀਂ ਹੋਈ, ਠੀਕ ਹੈ. ਸੋ ਵੈਸੇ ਇੱਕ ਗੱਲ ਕਲੀਅਰ ਹੈ ਕਿ ਜੋ ਮੈਸੇਜ 1 ਚ ਨਹੀਂ ਗੱਲ ਹੋਈ ਉਹ ਮੈਸੇਜ 2 ਚ ਹੋਏਗੀ, ਪਰ ਆਪਾਂ ਫਿਰ ਵੀ ਹੁਣ ਦੇਖਦੇ ਹਾਂ ਮੈਸੇਜ 2. ਮੈਸੇਜ ਨੰਬਰ 2 received today at 4:45 PM. 4:45 ਵਜੇ ਜਿਹੜਾ ਮੈਸੇਜ ਆਇਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ. Oh, I again have to send this message to your voicemail. ਕਿ ਮੈਂ ਤੁਹਾਡੇ ਲਈ ਇੱਕ ਮੈਸੇਜ ਭੇਜ ਰਹੀ ਹਾਂ ਤੁਹਾਡੇ voicemail ਵਿੱਚ. Okay, here are the instructions to get to my cousin's farm house for the party. ਇਹ ਹਨ ਹਦਾਇਤਾਂ ਮੇਰੇ ਕਜ਼ਨ ਦੇ ਫਾਰਮ ਹਾਊਸ 'ਚ ਪਹੁੰਚਣ ਦੀਆਂ ਮੇਰੀ ਪਾਰਟੀ ਲਈ. If you take the car, ਜੇ ਤੁਸੀਂ ਕਾਰ ਤੇ ਆਂਦੇ ਹੋ, drive straight on Forest Road, ਤਾਂ Forest Road ਤੋਂ ਸਿੱਧਾ ਡਰਾਈਵ ਕਰਦੇ ਹੋਏ ਆਓ until you get to the National Highway 36. ਜਦ ਤੱਕ ਕਿ ਤੁਸੀਂ ਰਾਸ਼ਟਰੀ ਮਾਰਗ 36 ਤੇ ਨਹੀਂ ਪਹੁੰਚ ਜਾਂਦੇ. Go straight for 3 kilometers till you reach Punjab National Bank on your right. ਤੁਸੀਂ ਹੁਣ 3 ਕਿਲੋਮੀਟਰ ਸਿੱਧਾ ਜਾਣਾ ਹੈ ਜਦ ਤੱਕ ਕਿ ਤੁਸੀਂ ਆਪਣੇ ਸੱਜੇ ਹੱਥ ਪੰਜਾਬ ਨੈਸ਼ਨਲ ਬੈਂਕ ਨਹੀਂ ਦੇਖ ਲੈਂਦੇ. Drive past Punjab National Bank and take the third exit at the roundabout. ਪੰਜਾਬ ਨੈਸ਼ਨਲ ਬੈਂਕ ਤੋਂ ਅੱਗੇ ਜਾਂਦੇ ਹੋਏ ਤੀਜਾ ਨਿਕਾਸ ਮਾਰਗ ਤੁਸੀਂ ਉਸ ਗੋਲ ਚੱਕਰ ਤੋਂ ਲੈਣਾ ਹੈ. ਤੀਜਾ ਨਿਕਾਸ ਮਾਰਗ ਕਿਹੜਾ ਹੋ ਗਿਆ? ਗੋਲ ਚੱਕਰ ਬਣਿਆ ਹੋਵੇ. ਪਹਿਲਾ ਨਿਕਾਸ ਮਾਰਗ ਹੋਏਗਾ ਲੈਫਟ, ਦੂਜਾ ਨਿਕਾਸ ਮਾਰਗ ਕਿਹੜਾ ਹੋਏਗਾ? ਜਿਹੜਾ ਸਿੱਧਾ ਜਾਂਦਾ, ਤੇ ਤੀਜਾ ਜੋ ਰਾਈਟ, ਠੀਕ ਹੈ. ਸੋ ਇਹਨੇ ਰਾਈਟ ਟਰਨ ਨਹੀਂ ਕਿਹਾ, ਇਹਨੇ ਕਿਹਾ ਥਰਡ ਐਗਜ਼ਿਟ ਲੈਣਾ ਹੈ, ਮਤਲਬ ਤੁਸੀਂ ਰਾਈਟ ਟਰਨ ਕਰਨਾ ਹੈ, ਠੀਕ ਹੈ. ਤੀਜਾ ਨਿਕਾਸ ਮਾਰਗ ਉਸ ਚੌਂਕ ਤੋਂ ਲੈਣਾ ਹੈ. ਯੂ ਡਰਾਈਵ ਡਾਊਨ ਦ ਰੋਡ देयर.
देयर एंड टर्न लेफ्ट। ਤੁਸੀਂ ਉਸ ਰੋਡ ਦੇ ਨਾਲ ਜਾਣਾ ਹੈ ਅਤੇ ਅੱਗੇ ਜਾ ਕੇ ਖੱਬੇ ਹੱਥ ਮੁੜ ਜਾਣਾ ਹੈ। ਇਟਸ ਦਾ ਫਰਸਟ ਬਿਗ ਫਾਰਮ ਹਾਊਸ ਔਨ ਦਾ ਰਾਈਟ। ਤੇ ਜਦੋਂ ਤੁਸੀਂ ਖੱਬੇ ਹੱਥ ਮੁੜੋਗੇ, ਖੱਬੇ ਹੱਥ ਮੁੜਦਿਆਂ ਸਾਰ ਇਹ ਪਹਿਲਾ ਹੀ ਵੱਡਾ ਫਾਰਮ ਹਾਊਸ ਹੋਏਗਾ ਜੋ ਕਿ ਤੁਹਾਡੀ ਰਾਈਟ ਸਾਈਡ ਤੇ ਹੋਏਗਾ। ਓਕੇ, ਦਾ ਫਾਰਮ ਹਾਊਸ ਨੰਬਰ ਇਜ਼ 52 BB। ਦਿਸ ਇਜ਼ ਗੋਇੰਗ ਟੂ ਬੀ ਸੋ ਗ੍ਰੇਟ। ਫਾਰਮ ਹਾਊਸ ਦਾ ਨੰਬਰ ਹੈ 52 BB। ਇਹ ਹੁਣ ਬਹੁਤ ਮਜ਼ਾ ਆਏਗਾ ਸਾਨੂੰ ਜਦੋਂ ਤੁਸੀਂ ਉੱਥੇ ਹੋਵੋਗੇ। ਸੋ ਇਹ ਸੀ ਸੈਕਿੰਡ ਮੈਸੇਜ। ਹੁਣ ਆਪਾਂ ਦੇਖਦੇ ਹਾਂ ਕਿਹੜੀਆਂ ਗੱਲਾਂ ਸੈਕਿੰਡ ਮੈਸੇਜ ਵਿੱਚ ਆਈਆਂ ਹਨ। ਆਪਾਂ ਦੁਬਾਰਾ ਦੇਖਦੇ ਹਾਂ। ਦਿਸ ਮੈਸੇਜ ਵਾਸ ਐਟ ਅ 4:45। ਸੋ 5 ਵਜੇ ਨੂੰ ਕੁਆਟਰ ਟਾਈਮ ਯਾਨੀ 15 ਮਿੰਟ ਰਹਿੰਦੇ ਨੂੰ ਇਹ ਮੈਸੇਜ ਆਇਆ। ਬਿਲਕੁਲ ਠੀਕ ਹੈ, 4:45 ਤੇ ਆਇਆ। ਦ ਵੂਮਨ ਸੇਜ਼ ਥੈਂਕ ਯੂ ਫॉर ਦ ਬਰਥਡੇ ਮੈਸੇਜ। ਨਹੀਂ, ਦ ਵੂਮਨ ਡਿਸਕ੍ਰਾਈਬਸ ਦ ਹਾਊਸ। ਯੈਸ, ਓਕੇ, ਸੋ ਇਹ ਮੈਸੇਜ ਸੈਕਿੰਡ ਵਿੱਚ ਆਏਗਾ। ਨੈਕਸਟ, ਦ ਵੂਮਨ ਗਿਵਸ ਅ ਡਾਇਰੈਕਸ਼ਨ। ਬਿਲਕੁਲ ਠੀਕ ਹੈ, ਸੈਕਿੰਡ ਮੈਸੇਜ ਵਿੱਚ ਆਏਗਾ। ਦ ਵੂਮਨ ਟਾਕਸ ਅਬਾਊਟ ਅ ਸਵਿਮਿੰਗ ਪੂਲ। ਨਹੀਂ, ਸੈਕਿੰਡ ਮੈਸੇਜ ਵਿੱਚ ਸਵਿਮਿੰਗ ਪੂਲ ਬਾਰੇ ਕੋਈ ਗੱਲ ਨਹੀਂ ਹੋਈ। ਦ ਵੂਮਨ ਟਾਕਸ ਅਬਾਊਟ ਅ ਬੈਂਕ। ਹਾਂ, ਪੰਜਾਬ ਨੈਸ਼ਨਲ ਬੈਂਕ ਬਾਰੇ ਮੈਸੇਜ 2 ਚ ਗੱਲ ਹੋਈ। ਠੀਕ ਹੈ, ਸੋ ਇਹ ਸੀ ਸਾਡਾ ਲਾਸਟ ਲੈਸਨ ਜੋ ਕਿ ਪੜ੍ਹ ਕੇ ਅਤੇ ਉਸ ਦੀ ਐਕਸਰਸਾਈਜ਼ ਕਰਕੇ ਵੀ ਉਨਾ ਹੀ ਮਜ਼ਾ ਆਇਆ ਜਿੰਨਾ ਕਿ ਲੈਸਨ ਪੜ੍ਹ ਕੇ ਆਇਆ ਸੀ। ਠੀਕ, ਸੋ ਉਮੀਦ ਕਰਦਾ ਹਾਂ ਤੁਸੀਂ ਵੀ ਉਨਾ ਹੀ ਇੰਜੋਏ ਕੀਤਾ ਹੋਵੇਗਾ। ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਤੇ ਸਾਰੀ 6th ਕਲਾਸ ਤੋਂ ਤੁਹਾਨੂੰ ਕੁਝ ਨਾ ਕੁਝ ਇੰਗਲਿਸ਼ ਦਾ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਸੋ ਇੰਨਾ ਹੀ ਸ਼ੁਭ ਇੱਛਾਵਾਂ ਸਹਿਤ ਇਸੇ ਤਰ੍ਹਾਂ ਹੀ ਵਧੀਆ ਪੜ੍ਹਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜੋ ਕਿ ਰਿਗਾਰਡਿੰਗ ਦ ਟ੍ਰਾਂਸਲੇਸ਼ਨ ਹੋਏਗੀ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ ਵੈਰੀ ਮਚ।